ਹਿੰਦੁਸਤਾਨ ਵਿੱਚ ਰਾਜਨੀਤੀ ਟੂ ਟੀਅਰ ਸਿਸਟਮ ਹੈ। ਇੱਕ ਹੈ ਕੇਂਦਰੀ ਰਾਜਨੀਤੀ, ਇੱਕ ਹੈ ਸਟੇਟ ਰਾਜਨੀਤੀ। ਕੇਂਦਰੀ ਰਾਜਨੀਤੀ ਵਿੱਚ ਜਾਂ ਕੇਂਦਰੀ ਪੋਲਿਟਿਕਸ ਵਿੱਚ ਜੋ ਮੁਲਕ ਦੇ ਐਜ਼ ਏ ਹੋਲ ਜੋ ਇਸ਼ੂਜ਼ ਹੈ ਉਹ ਅੰਡਰ ਕੰਸੀਡਰੇਸ਼ਨ ਹੁੰਦੇ, ਉਹਨਾਂ ਦੇ ਬੇਸ 'ਤੇ ਰਾਜਨੀਤੀ ਕੀਤੀ ਜਾਂਦੀ ਹੈ ਔਰ ਉਸ ਬੇਸ 'ਤੇ ਹੀ ਕੇਂਦਰ ਵਿੱਚ ਰਾਜ ਦੀ ਜੋ ਸੱਤਾ ਹੈ, ਜੋ ਸਰਕਾਰ ਹੈ, ਉਸਦੀ ਸਥਾਪਨਾ ਹੁੰਦੀ ਹੈ। ਲੇਕਿਨ ਜੋ ਸਟੇਟ ਪੋਲਿਟਿਕਸ ਹੈ, ਸਟੇਟ ਪੋਲਿਟਿਕਸ ਵਿੱਚ जो कैनवस है स्टेट पॉलिटिक्स का वो कहना चाहिए है कि जो नेशनल पॉलिटिक्स है उसके कंपैरिजन काफ़ी छोटा होंगे, जिस विच कि लोकल मुद्दे जो हैं, लोकल इशूज़ हैं वो ज़्यादा अहम होंगे हैं और उन्होंने बेस पर ही पॉलिटिक्स की जाती है। हिंदुस्तान के हर स्टेट भी तकरीबन कह सकते हैं कि हर स्टेट में रीजनल पार्टियां हैं, जिमें कि असम गण परिषद है, बंगाल TMC है, महाराष्ट्र शिवसेना है, साउथ विच AIDMK है। ऐसे पैटर्न के उत्ते पंजाब विच अकाली दल इत्थे दी रीजनल पार्टी है। इन्हां पार्टियां दा पॉलिटिक्स का मेन स्रोत या तो रवायतां दे नाल नाल कहना चाहिए है कि कॉन्स्टिट्यूशनल गाइडलाइनस भी इन्हां दी राजनीति का मूल स्रोत हैं। लेकिन जो अकाली दल है इहदा कॉन्स्टिट्यूशनल सोर्स तो अलावा सिख अध्यात्म भी इहदी पॉलिटिक्स का एक मेन स्रोत है। पिछले लंबे समय तो सिख समाज एक सुचज्जी राजनीतिक ते धार्मिक अगवाई की कमी नाल जूझ रहा है ਤੇ ਸਿੱਖ ਮਾਨਸਿਕਤਾ ਦੇ ਉੱਤੇ ਪੱਕੇ ਤੌਰ ਤੇ ਉਕੜ ਚੁੱਕੇ ਲਹੂ ਪੀੜਵੇਂ ਸੰਘਰਸ਼ ਤੋਂ ਬਾਅਦ ਦੁਨੀਆ ਦੇ ਹਰ ਕੋਨੇ ਵਿੱਚ ਬੈਠਿਆ ਸਿੱਖ ਇਸ ਗੱਲ ਨਾਲ ਚਿੰਤਿਤ ਨਜ਼ਰ ਆ ਰਿਹਾ ਹੈ ਕਿ ਇਸ ਹਨੇਰੀ ਤੇ ਲੰਮੀ ਸੁਰੰਗ ਵਿੱਚ ਕਿਧਰੇ ਵੀ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ। ਨਤੀਜਾ ਇਹ ਹੋਇਆ ਕਿ ਸਿੱਖ ਸਿਆਸਤ ਜੋ ਹੈ ਪੂਰੇ ਤਰੀਕੇ ਨਾਲ ਜਰਜਰਾ ਹੋ ਚੁੱਕੀ ਹੈ ਔਰ ਜਿਤਨੀ ਵੀ ਸਿੱਖ ਧਿਰਾਂ ਹਨ, ਸਿੱਖ ਸਿਆਸਤ ਦੀਆਂ ਜਿੰਨੇ ਵੀ ਧਿਰਾਂ ਹਨ, ਉਹ ਇੱਕ ਰਵਾਇਤੀ ਪਾਰਟੀ ਜੋ ਰਵਾਇਤੀ ਪੋਲਿਟਿਕਸ ਹੈ ਉਸ ਵਿੱਚ ਜਜ਼ਬ ਹੋ ਚੁੱਕੀਆਂ ਹਨ ਤੇ ਇਸ ਇਹਨਾਂ ਦੇ ਕਿਸੇ ਵੀ ਜੋ ਹੈਗਾ ਸਿਆਸਤ ਵਿੱਚ ਸਿੱਖ ਦਰਸ਼ਨ ਦੀ ਕੋਈ ਛਾਪ ਨਜ਼ਰ ਨਹੀਂ ਆ ਰਹੀ। ਐਸੇ ਵਿਸ਼ੇ ਦੇ ਉੱਤੇ ਅੱਜ ਦੀ ਵਿਚਾਰ ਗੋਸ਼ਟੀ ਰੱਖੀ ਗਈ ਹੈ, ਜਿਸ ਦਾ ਟੌਪਿਕ ਹੈ ਰਿਵਾਈਵਿੰਗ ਪੰਥਿਕ ਸਿੱਖ ਲੀਡਰਸ਼ਿਪ। ਇਸ ਦੇ ਉੱਤੇ ਮੈਂ ਆਪਣੇ ਵਿਚਾਰ ਰੱਖਣੇ ਹੈ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸਮਾਜ ਦੇ ਸਾਹਮਣੇ ਤਿੰਨ ਮੁੱਖ ਸਵਾਲ ਸਿਆਸਤ ਨੂੰ ਲੈ ਕੇ ਹਨ। ਪਹਿਲਾ ਹੈ ਕਿ ਸਿੱਖ ਸਿਆਸਤ ਦੇ ਉਸੂਲ ਕੀ ਹਨ, ਦੂਜਾ ਹੈ ਸਿੱਖ ਸਿਆਸਤ ਕਿਹੜੇ ਰਾਹ ਤੁਰ ਪਈ ਹੈ, ਤੀਜਾ ਹੈ ਕਿ ਸਿੱਖ ਇਸ ਲੀਹੋਂ ਲੱਥੀ ਸਿੱਖ ਸਿਆਸਤ ਨੂੰ ਕਿਵੇਂ ਰਿਵਾਈਵ ਕੀਤਾ ਜਾਏ, ਕਿਵੇਂ ਸੁਰਜੀਤ ਕੀਤਾ ਜਾਏ। ਇਸ ਦੇ ਨਾਲ ਹੀ ਜੋ ਹੈ ਸਿੱਖ ਫਲਸਫੇ ਅਤੇ ਸਿੱਖਾਂ ਦੀ ਹੋਂਦ ਦਾ ਸਵਾਲ ਵੀ ਜੁੜਦਾ ਹੈ। ਭਾਵੇਂ ਸਿੱਖਾਂ ਦੇ ਉੱਤੇ ਕੋਈ ਇਹ ਦੋਸ਼ ਲਗਾਏ ਕਿ ਸਿੱਖ ਰਾਜਨੀਤੀ ਅਤੇ ਧਰਮ ਦਾ ਮਿਲਗੋਬਾ ਕਰਦੇ ਹਨ, ਪਰ ਅਸਲ ਸੱਚਾਈ ਇਹੀ ਹੈ ਕਿ ਸਿੱਖ ਰਾਜਨੀਤੀ ਦਾ ਜੋ ਮੂਲ ਸਰੋਤ ਹੈ ਉਹ ਸਿੱਖ ਅਧਿਆਤਮ ਹੈ। ਅਗਰ ਸਿੱਖ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਨਾ ਰਿਹਾ ਤਾਂ ਸਿੱਖ ਸਿਆਸਤ ਦਾ ਜੋ ਰੂਪ ਹੈ ਉਹ ਬਹੁਤ ਡਰਾਵਨਾ ਹੋਏਗਾ, ਕਿਉਂਕਿ ਬਿਕਾਜ਼ ਰਿਲੀਜਨ ਇਜ਼ ਦ ਡੋਮੀਨੈਂਟ ਸੋਸ਼ਲ ਬੌਂਡ ਡਿਸਕ੍ਰਾਈਬਿੰਗ ਕਰੈਕਟਰਿਸਟਿਕਸ ਆਫ ਸਿੱਖ ਪੋਲਿਟਿਕਸ। ਇਹ ਜੋ ਹੈ ਇੱਕ ਅਹਿਮ ਮੁੱਦਾ ਹੈ, ਕਿਉਂਕਿ ਜੇ ਰਾਜਨੀਤੀ ਦੇ ਉੱਤੇ ਧਰਮ ਹਾਵੀ ਨਹੀਂ ਤਾਂ ਰਾਜਨੀਤੀ ਬੇਲਗਾਮ ਹੋਏਗੀ ਔਰ ਅਗਰ ਧਰਮ ਦੇ ਉੱਤੇ ਰਾਜਨੀਤੀ ਅਗਰ ਹਾਵੀ ਹੋ ਗਈ, ਜਿਵੇਂ ਕਿ ਅੱਜ ਮਹਿਸੂਸ ਕੀਤਾ ਜਾ ਰਿਹਾ ਹੈ, ਤਾਂ ਧਰਮ ਨੂੰ ਖੋਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਅਧਿਆਤਮਿਕ ਵਿਚਾਰਧਾਰਾ ਦੇ ਨਾਲ ਨਾਲ ਜੋ ਲੰਗਰ ਦਾ ਸਿਧਾਂਤ ਦਿੱਤਾ ਉਹ ਖਾਲੀ ਗਰੀਬ ਲੋਕਾਂ ਨੂੰ ਭੋਜਨ ਕਰਾਉਣਾ ਮਾਤਰ ਨਹੀਂ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਇੱਕ ਸੁਧਾਰਵਾਦੀ ਸਿਆਸੀ ਮਹਾਂਪੁਰਖ ਸਨ। ਇਹ ਲੰਗਰ ਦਾ ਜੋ ਮੁੱਖ ਸਿਧਾਂਤ ਸੀ ਉਹ ਸੀ ਕਿ ਤਾਂ ਕਿ ਸਮਾਜ ਵਿੱਚ ਬਰਾਬਰੀ ਸਥਾਪਿਤ ਕੀਤੀ ਜਾਏ ਔਰ ਜੋ ਹੈ ਇਸ ਤਰੀਕੇ ਨਾਲ ਜੋ ਸਮਾਜ ਵਿੱਚ ਜੋ ਵਿਸ਼ਮਤਾਵਾਂ ਫੈਲੀਆਂ ਹੋਈਆਂ ਹਨ ਉਹਨਾਂ ਦੇ ਉੱਤੇ ਜੋ ਹੈ ਦੁਬਾਰਾ ਤੋਂ ਮੁੜ ਵਿਚਾਰ ਕੀਤਾ ਜਾਏ। ਔਰ ਇਸ ਜੋ ਸਿਧਾਂਤ ਸੀ ਇਸ ਨੇ ਸਮਾਜ ਵਿੱਚ ਇੱਕ ਕ੍ਰਾਂਤੀ ਲਿਆਂਦੀ ਔਰ ਸਮਾਜ ਨੇ ਇਸ ਦੇ ਉੱਤੇ ਦੁਬਾਰਾ ਮੁੜ ਵਿਚਾਰ ਕੀਤਾ ਵੀ। ਗੁਰੂ ਦਰਬਾਰ ਜਿੱਥੇ ਕਿ ਗੁਰੂ ਇੱਕ ਰਾਜਾ ਹੈ, ਉੱਥੇ ਗੁਰੂ ਦੇ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਜੋ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ ਉਸ ਦਾ ਅਰਥ ਸਿਰਫ ਇਤਨਾ ਹੀ ਸੀ ਕਿ ਹਰ ਸ਼ਖਸ ਆਪਣੀ ਰਾਜਨੀਤਿਕ, ਧਾਰਮਿਕ, ਮਾਲੀ ਅਤੇ ਸਮਾਜਿਕ ਜੋ ਹੈਸੀਅਤ ਹੈ ਉਸ ਨੂੰ ਭੁਲਾ ਕੇ ਔਰ ਜੋ ਹੈ ਬਰਾਬਰੀ ਨੂੰ ਸਵੀਕਾਰ ਕਰੇ ਔਰ ਉਸ ਤੋਂ ਬਾਅਦ ਗੁਰੂ ਦੇ ਦਰਸ਼ਨ ਕਰੇ। ਇਹ ਸਿੱਖ ਸਿਆਸਤ ਦੀ ਪਹਿਲੀ ਪੌੜੀ ਹੈ, ਜਿਸ ਵਿੱਚ ਕਿ ਅਸਮਾਨਤਾ ਨੂੰ ਕੋਈ ਜਗ੍ਹਾ ਨਹੀਂ ਹੈ ਔਰ ਸਿੱਖ ਜੋ ਰਾਜਨੀਤਿਕ ਹੈ ਉਹਨਾਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਦੇ ਉੱਤੇ ਚੱਲ ਕੇ ਹੀ ਜੋ ਹੈਗਾ ਰਾਜਨੀਤੀ ਕਰਨ। ਜਦੋਂ ਅਸੀਂ ਰਵਾਇਤੀ ਬਨਾਮ ਸਿੱਖ ਸਿਆਸਤ ਵੱਲ ਨਿਗਾਹ ਮਾਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਨਜ਼ਾਰਾ ਆਉਂਦਾ ਹੈ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਪਰਿਵਾਰਵਾਦੀ ਰਾਜਨੀਤਿਕ ਪ੍ਰਬੰਧ ਦੀ ਥਾਂ 'ਤੇ ਗਲੋਬਲ ਡੈਮੋਕ੍ਰੇਸੀ ਨੇ ਲੈ ਲਈ ਔਰ ਇਸ ਵਿੱਚ ਕਹਿਣਾ ਚਾਹੀਦਾ ਹੈ ਕਿ ਇੱਕ ਅਫਸਰਸ਼ਾਹੀ ਔਰ ਗਲੋਬਲ ਡੈਮੋਕ੍ਰੇਸੀ ਔਰ ਪੂੰਜੀਵਾਦ, ਇਹਨਾਂ ਤਿੰਨਾਂ ਦਾ ਇੱਕ ਗੱਠਜੋੜ ਸਾਹਮਣੇ ਆਇਆ। ਇਹ ਗੱਠਜੋੜ ਦਾ ਜੋ ਬਾਹਰੀ ਰੂਪ ਹੈ ਉਹ ਬਹੁਤ ਲੁਭਾਵਨਾ ਹੈ, ਕਿਉਂਕਿ ਇਹ ਗੱਠਜੋੜ
ਦਾ ਬਾਹਰੀ ਰੂਪ ਹੈ ਸਮਾਜ ਦੀ ਭਲਾਈ ਕਰਨਾ, ਲੇਕਿਨ ਇਸ ਦੀ ਅੰਦਰੂਨੀ ਨੀਤੀ ਬਹੁਤ ਮਾਰੂ ਹੈ। ਔਰ ਇਸ ਅੰਦਰੂਨੀ ਨੀਤੀ ਦੇ ਚਲਦਿਆਂ ਹੀ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਸਿਆਸਤ ਨੂੰ ਅਗਰ ਵਿਚਾਰਨਾ ਹੈ ਤਾਂ ਇਹਦੇ ਵਰਤਾਰੇ ਨੂੰ ਧਿਆਨ 'ਚ ਰੱਖ ਕੇ ਹੀ ਅਸੀਂ ਵਿਚਾਰ ਸਕਦੇ ਹਾਂ। ਜਦੋਂ ਹੁਣ ਤੋਂ 75-76 ਸਾਲ ਪਹਿਲਾਂ 1947 ਵਿੱਚ ਸਾਨੂੰ ਅਖੌਤੀ ਆਜ਼ਾਦੀ ਦੇ ਨਾਲ ਜੋ ਡੈਮੋਕ੍ਰੈਟਿਕ ਮਾਡਲ ਸਾਨੂੰ ਮਿਲਿਆ, ਉਸ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਦੀ ਨਾ ਤਾਂ ਸਾਨੂੰ ਕੋਈ ਸਮਝ ਸੀ ਔਰ ਨਾ ਹੀ ਉਹਨਾਂ ਨੂੰ ਦੂਰ ਕਰਨ ਦੀ ਅਸੀਂ ਕੋਈ ਕੋਸ਼ਿਸ਼ ਹੀ ਕੀਤੀ। ਨਤੀਜਾ ਇਹ ਹੋਇਆ ਕਿ ਸਾਡੇ ਜਿੰਨੇ ਵੀ ਰਾਜਨੀਤਿਕ ਜਾਂ ਜੋ ਧਾਰਮਿਕ ਸੰਗਠਨ ਉਹਨਾਂ ਵਿੱਚ ਇਹ ਗਿਰਾਵਟ ਦਾ ਕਾਰਨ ਜੋ ਹੈਗਾ, ਇਹ ਜੋ ਡੈਮੋਕ੍ਰੈਟਿਕ ਮਾਡਲ ਹੈ ਉਹਨਾਂ ਵਿੱਚ ਗਿਰਾਵਟ ਦਾ ਕਾਰਨ ਬਣੇ। ਚਾਹੇ ਅਕਾਲੀ ਦਲ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦੂਸਰੇ ਸਮਾਜਿਕ ਤੇ ਧਾਰਮਿਕ ਸੰਗਠਨ ਹਨ, ਇਹਨਾਂ ਵਿੱਚ ਗਿਰਾਵਟ ਦਾ ਮੁੱਖ ਕਾਰਨ ਇਹ ਡੈਮੋਕ੍ਰੈਟਿਕ ਸਿਸਟਮ ਰਿਹਾ ਹੈ। क्योंकि गुरु साहब के सामने कोई भी जो अगर चोण हुई है तो वो डेमोक्रेटिक वे नाल नहीं हुई। भावें लहणा जी नूं गुरता गद्दी देना सी ਜਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣਾ ਸੀ, ਇਹ ਗੁਣ ਆਧਾਰਿਤ ਚੋਣ ਸੀ, ਇਹ ਇਲੈਕਸ਼ਨ ਨਹੀਂ ਸੀ, ਇਹ ਗੁਣ ਆਧਾਰਿਤ ਸਿਲੈਕਸ਼ਨ ਸੀ। ਸਿੱਖ ਰਾਜਨੀਤੀ ਦੀ ਦੂਜੀ ਰਾਜਨੀਤਿਕ ਧਿਰਾਂ ਨਾਲੋਂ ਕੀ ਵਿਸ਼ੇਸ਼ਤਾ ਹੈ? 1799 ਵਿੱਚ ਫ੍ਰੈਂਚ ਰਿਵੋਲੂਸ਼ਨ ਹੋਈ। ਫ੍ਰੈਂਚ ਰਿਵੋਲੂਸ਼ਨ ਤੋਂ ਬਾਅਦ ਪੂਰੀ ਦੁਨੀਆ ਦੀ ਜੋ ਗਲੋਬਲ ਜੋ ਪੋਲਿਟਿਕਸ ਸੀ ਉਹ 3 ਹਿੱਸਿਆਂ ਵਿੱਚ ਵੰਡੀ ਗਈ, ਲੈਫਟ, ਰਾਈਟ ਐਂਡ ਸੈਂਟਰਿਕ। ਲੈਫਟ ਵਿੱਚ ਉਹ ਧਿਰਾਂ ਆਈਆਂ ਜੋ ਕਿ ਕਮਿਊਨਿਜ਼ਮ ਵੱਲ ਜਿਨ੍ਹਾਂ ਦਾ ਇਨਕਲੀਨੇਸ਼ਨ ਸੀ। ਰਾਈਟ ਵਿੱਚ ਉਹ ਧਿਰਾਂ ਆਈਆਂ ਜਿਹੜੀਆਂ ਕਿ ਪੂੰਜੀਵਾਦ ਨੂੰ ਮੰਨਦੀਆਂ ਸੀ। ਔਰ ਸੈਂਟਰ ਵਿੱਚ ਉਹ ਸੀ ਕਿ ਉਹ ਕੋਈ ਵੀ ਧਿਰ ਕਿਸੇ ਵੀ ਉਹ ਜੋ ਧਿਰਾਂ ਸੀ ਉਹ ਨਾ ਲੈਫਟ ਨਾ ਹੀ ਕਿਸੇ ਵੱਲ ਕੋਈ ਇਨਕਲੀਨੇਸ਼ਨ ਸੀ, ਉਹ ਵਿਚਕਾਰਲਾ ਮੱਧ ਮਾਰਗੀ ਜਿਸ ਨੂੰ ਕਿਹਾ ਜਾਏ ਉਹ ਰਸਤਾ ਅਪਣਾ ਕੇ ਚੱਲਦੀਆਂ ਸੀ। सिख राजनीति जो है वो राइट सेंट्रिक राजनीति है कि कहने का भाव कि ये कम्युनिज्म वाला इसका कोई झुकाव नहीं है, ये राइट सेंट्रिक पॉलिटिक्स है। लेकिन अज जो असी हिंदुस्तान की पॉलिटिक्स वाल निगाह मारते हैं तो साढ़े सामने कुछ इस तरीके का वर्तारा नज़र आता है कि जो उसूली सियासत है, चाहे राइट है, लैफ्ट है या सेंटर है, उसकी थां ते इशू बेस्ड पॉलिटिक्स की जा रही है। इसका एक उदाहरण दिता जा सकता है कि 2019 की चोणों में बंगाल में भारतीय जनता पार्टी जो कि एक सज्जे पक्की पार्टी है, जो कि राइटिस्ट पार्टी है, उसने CPM नाल गठजोड़ किया। उस तो बाद ताज़ा उदाहरण असी दे सकते हाँ कि बिहार में नीतीश कुमार की पार्टी समाजवादी पार्टी के नाल भाजपा ने जो कि एक पूंजीवादी पार्टी है उसका लंबे समय तक उहदे नाल मिल के ते सरकार चलाई। इस तरीके नाल ये कहा जा सकता है कि अज की तरीक जो राजनीति की जा रही है उसूल बेस राजनीति नहीं है, इशू बेस राजनीति है, जिसका मुख्य मंतव साम दाम दंड भेद किसी भी नीति को अपनाना हो, लेकिन इसका मुख्य मंतव जो है वो सत्ता प्राप्ति है। देश के नागरिक, इलैक्शन प्रोसैस और पूंजी एक कहना चाहिए हैगा कि ये इन्हां दी ये सत्ता विच आउण दी एक मशीनरी मात्र है। धन इस विच ईंधन का काम करता है तो 1947 तो ये वर्तारा लगातार चल रहा है। लेकिन जो सिख सियासतदान हैं उन्होंने कोलों इस सब तो हट के सिख फलसफे ते लोक भलाई ते एक वर्ग रहित समाज की सिरजना करना उन्होंने कोलों ये उम्मीद की जाती है। ये लिए उन्होंने चेतन होना चाहिए। सिख राजनीति अपने जत्थेबंदक ढांचे विच ये जो नुमाइंदे है उन्होंने कोलों आत्मिक तौर पर चेतन होना लोचती है, लेकिन आदर्श तां ही प्राप्त हो सकता है जदों कि वो ये अवसरवादी पॉलिटिक्स तो हट के जो हैगा ये सिख फलसफे की राजनीति को अपनाएंगे तां ही किसी भी मंतव की प्राप्ति हो सकती है। पर यह भी एक अटल सच्चाई है कि इस कारज के लिए जो असी बंदे चुन के भेज रहे हैं, जो नुमाइंदे चुन के भेज रहे हैं, वो साडा संगति ते पंथक रीत वाला जो है वो ढंग असी नहीं अपना रहे। और असी एक तरह से कह सकते हैं कि जो असी जो भी बंदे या नुमाइंदे भेज रहे हैं वो असल च जो है वो भी शख्सी तौर पर ही असी चुनाव दे विच नुमाइंदे कर रहे हैं, ये सिद्धांतक तौर पर नहीं कर रहे। एक सेहतमंद समाज या सेहतमंद पॉलिटिक्स का एक सब तो बड़ा उसूल ये हुंदा है कि वो पब्लिक सेंट्रिक होए, परसन सेंट्रिक ना होए। लेकिन असी पंजाब जो पॉलिटिक्स देख रहे हैं उस विच असी ये महसूस करते हैं कि इत्थे जो सियासत है कुछ बंदियां दे गिरद ही गर्दिश करती नज़र आ रही है। और उसका सब तो बड़ा जो नुकसान ये होया कि सिख सियासत अज रसातल वाल जा चुकी है ਅਤੇ ਇਸ ਵੀ ਗਦਲਾਪਨ बहुत ज़्यादा आ चुका है। गदलेपन का एक सब तो बड़ा जो है असी अगर डिस्क्राइब करिए तो ये है कि 2 ਤੋਂ 3 करोड़ 2.5 ਤੋਂ 3 करोड़ सिख आबादी है, लेकिन इस विच एक भी शख्सियत साडे कोल ऐसी नहीं है
ਜੋ ਕਿ ਪੰਥ ਦੀ ਨੁਮਾਇੰਦਗੀ ਕਰਕੇ ਕਿਸੇ ਵੀ ਪਲੇਟਫਾਰਮ ਜਾਂ ਕਿਸੇ ਵੀ ਫੋਰਮ ਦੇ ਉੱਤੇ ਸਿੱਖਾਂ ਦਾ ਪ੍ਰਤੀਨਿਧਿਤਵ ਕਰ ਸਕੇ। ਔਰ ਨਾ ਹੀ ਸਾਡੇ ਕੋਲ ਇਸ ਤਰੀਕੇ ਦਾ ਕੋਈ ਇਸ ਵੇਲੇ ਪੋਲੀਟੀਕਲ ਸੈਟਅਪ ਬਚਿਆ ਹੈ ਜੋ ਕਿ ਸਿੱਖਾਂ ਦਾ ਨੁਮਾਇੰਦਾ ਪੋਲੀਟੀਕਲ ਸੈਟਅਪ ਹੋਏ, ਜਾਂ ਅਗਰ ਕੋਈ ਧਿਰ ਸਾਡੇ ਨਾਲ ਕੋਈ ਨੈਗੋਸ਼ੀਏਸ਼ਨ ਜਾਂ ਕੋਈ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਅੱਜ ਨਾ ਤਾਂ ਸਾਡੇ ਕੋਲ ਇਸ ਤਰੀਕੇ ਦਾ ਕੋਈ ਸ਼ਖਸ ਮੌਜੂਦ ਹੈ ਜੋ ਸਿੱਖਾਂ ਦਾ ਪੰਥ ਪ੍ਰਮਾਣਿਤ ਜਾਂ ਸਰਵਮਾਨਿਤ ਪਰਸਨ ਹੋਵੇ, ਜਾਂ ਕੋਈ ਸਾਡੀ ਜੋ ਹੈ ਸਰਵਮਾਨਿਤ ਜੋ ਹੈਗੀ ਕੋਈ ਰਾਜਨੀਤਿਕ ਸੰਸਥਾ ਹੋਏ। ਇਹ ਸਾਡੇ ਕੋਲ ਅੱਜ ਦੀ ਤਰੀਕ 'ਚ ਨਹੀਂ ਹੈ। ਨਤੀਜਾ ਇਹ ਹੋਇਆ ਹੈ ਕਿ ਦਿਨ ਬ ਦਿਨ ਜੋ ਹੈ ਉਹ ਸਿੱਖ ਪੋਲਿਟਿਕਸ ਨਿਵਾਣ ਵੱਲ ਜਾ ਰਹੀ ਹੈ। ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਦਾ ਜਿੱਥੇ ਤੱਕ ਸਵਾਲ ਹੈ, ਇਹ ਸਿੱਖਾਂ ਦੀ ਸੋਵਰਨਟੀ ਦਾ ਸਿੰਬਲ ਹੈ, ਲੇਕਿਨ ਇਸ ਸ਼ਖਸੀ ਸਿਆਸਤ ਦੇ ਚਲਦਿਆਂ ਅਕਾਲ ਤਖਤ ਦੀ ਜੋ ਇਮੇਜ ਹੈ ਉਸ ਨੂੰ ਵੀ ਖੋਰਾ ਲੱਗਦਾ ਨਜ਼ਰ ਆ ਰਿਹਾ। ਅੱਜ ਪੰਜਾਬ ਦੀਆਂ ਸਿੱਖਾਂ ਦੀਆਂ ਸਿੱਖ ਧਿਰਾਂ ਆਪਣੇ ਪਿਛਲੇ ਕੀਤੇ ਕਾਰਜਾਂ ਦੇ ਲਈ ਪੰਥ ਨੂੰ ਜਵਾਬ ਦੇਣ ਤੋਂ ਵੀ ਗੁਰੇਜ਼ ਕਰ ਰਹੀ ਹੈ, ਔਰ ਉਹ ਜਦੋਂ ਕਿ ਜੋ ਉਹਨਾਂ ਨੇ ਪਿੱਛੇ ਗਲਤੀਆਂ ਕੀਤੀਆਂ ਉਸ ਨੂੰ ਅਸੈਪਟ ਕਰਨ ਤੋਂ ਵੀ ਗੁਰੇਜ਼ ਕਰ ਰਹੀ ਹੈ। ਇੱਕ ਇਹਨਾਂ ਨੇ ਇਹ ਕਹਿਣਾ ਚਾਹੀਦਾ ਹੈ ਕਿ ਸਿੱਖ ਪੋਲਿਟਿਕਸ ਵਿੱਚ ਰਿਵਿਊ, ਰੀਓਰੀਐਂਟੇਸ਼ਨ ਔਰ ਆਤਮ ਚਿੰਤਨ ਦਾ ਰਿਵਾਜ ਬਿਲਕੁਲ ਖਤਮ ਹੋ ਚੁੱਕਿਆ ਹੈ, ਔਰ ਇਹ ਲੋਕਾਂ ਨੂੰ ਜਵਾਬ ਦੇਣ ਤੋਂ ਵੀ ਝਿਜਕਦੇ ਹੈ। ਦੇਖੋ ਐਸਾ 'ਚ ਅਗਲੀ ਗੱਲ ਇਹ ਆਉਂਦੀ ਹੈ ਕਿ ਅਗਰ ਕਿਸੇ ਆਮ ਵਪਾਰੀ ਜਾਂ ਕਿਸੇ ਕਿਸਾਨ ਦੀ ਅਗਰ ਕੋਈ ਕਾਰੋਬਾਰ 'ਚ ਅਗਰ ਖੜੋਤ ਆਉਂਦੀ ਹੈ ਤਾਂ ਉਹ ਆਪਣੇ ਕਾਰੋਬਾਰ ਨੂੰ ਦੁਬਾਰਾ ਤੋਂ ਰਿਵਿਊ ਕਰਦਾ ਹੈ ਔਰ ਉਸਨੂੰ ਦੇਖਦਾ ਹੈ ਕਿ ਕਿਹਨਾਂ ਕਾਰਨਾਂ ਕਰਕੇ ਜੋ ਹੈ ਇਹ ਗਿਰਾਵਟ ਆਈ ਹੈ। ਲੇਕਿਨ ਸਿੱਖ ਸਿਆਸਤਦਾਨ ਇਹਦੇ ਉੱਤੇ ਵਿਚਾਰ ਕਰਨ ਨੂੰ ਤਿਆਰ ਨਹੀਂ ਹਨ। ਜੇ ਇਹਦੇ ਰਿਵਾਈਵਲ ਦੀ ਗੱਲ ਕਰੀਏ ਤਾਂ ਰਿਵਾਈਵਲ ਇਹਦਾ ਤਾਂ ਹੀ ਪੋਸੀਬਲ ਹੈ ਕਿ ਸਾਰੀ ਜੋ ਸਿਆਸੀ ਧਿਰਾਂ ਹਨ ਉਹ ਮਿਲ ਜੁਲ ਕੇ ਬੈਠਣ ਔਰ ਪਿੱਛੇ ਜੋ ਕੀਤੀਆਂ ਗਲਤੀਆਂ ਹਨ, ਜਿਹਨਾਂ ਨਾਲ ਪੰਥ ਨੂੰ ਵੀ ਨੁਕਸਾਨ ਹੋਇਆ ਹੈ, ਜਿਹਦੇ ਨਾਲ ਪੰਜਾਬ ਨੂੰ ਵੀ ਨੁਕਸਾਨ ਹੋਇਆ ਹੈ, ਉਸ ਚੀਜ਼ਾਂ ਨੂੰ ਸਮੂਹਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਖੁੱਲ੍ਹੇ ਤੌਰ 'ਤੇ ਉਹਨਾਂ ਨੂੰ ਸਵੀਕਾਰ ਕਰਨ ਔਰ ਅੱਗੇ ਵਾਸਤੇ ਇੱਕ ਵਰਗ ਰਹਿਤ ਸਮਾਜ ਔਰ ਜੋ ਹੈਗਾ ਜੋ ਨਿਰਭਉ, ਨਿਰਵੈਰ, ਸਮਾਨਤਾ, ਨਿਆਂ ਇਹਦੇ ਉੱਤੇ ਜੋ ਆਧਾਰਿਤ ਹੈ ਉਸ ਪੋਲੀਟਿਕਸ ਨੂੰ ਦੁਬਾਰਾ ਜੋ ਹੈਗਾ ਅਸੈਪਟ ਕਰਨ, ਤਾਂ ਹੀ ਜੋ ਹੈਗਾ ਪੰਜਾਬ 'ਚ ਇਹ ਜੋ ਸਿੱਖ ਸਿਆਸਤ ਹੈ ਇਹਦਾ ਰਿਵਾਈਵਲ ਹੋ ਸਕਦਾ ਹੈ। ਔਰ ਜਿਸ ਤਰੀਕੇ ਨਾਲ ਅੱਜ ਪੰਥਕ ਧਿਰਾਂ ਚੱਲ ਰਹੀਆਂ, ਅਗਰ ਇਹੀ ਇਹਨਾਂ ਦਾ ਜੋ ਹੈ ਇਹੀ ਵਤੀਰਾ ਅਗਰ ਰਿਹਾ ਤਾਂ ਜੋ ਹੈ ਸਿੱਖ ਸਿਆਸਤ ਦਾ ਰਿਵਾਈਵਲ ਪੋਸੀਬਲ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।